ਜਦੋਂ ਇਹ ਹਾਦਸਾ ਵਾਪਰਿਆ ਨੈਚੁਰਲੀ ਆ ਕਿ ਐਡਾ ਵੱਡਾ ਪਹਾੜ ਕਿਸੇ ਪਰਿਵਾਰ ਦੇ ਉੱਤੇ ਟੁੱਟ ਜਾਣਾ, ਉਸ ਵੇਲੇ ਪਰਿਵਾਰ ਨੂੰ ਆਪਣੇ ਪਰਿਵਾਰ ਦੇ ਜੀ ਜਾਂ ਉਹਦੇ ਨਾਲ ਹੋਰ ਜੋ ਅਫੈਕਟਡ ਹੋਏ ਉਹਨਾਂ ਤੋਂ ਬਿਨਾਂ ਕੁਝ ਨਹੀਂ ਸੁਝਦਾ। ਸਰਕਾਰ ਅੱਜ 9ਵੇਂ ਦਿਨ ਬਾਅਦ, ਉਹ ਵੀ ਮੈਨੂੰ ਲੱਗਦਾ ਕਿ ਮੰਤਰੀ ਸਾਹਿਬ ਨੂੰ ਐਗਜ਼ੈਕਟ ਗੱਲ ਨਹੀਂ ਪਤਾ ਸੀਗੀ ਕਿ ਹਾਦਸਾ ਹੋਇਆ ਕਿਵੇਂ। ਗੋਗੀ ਨੂੰ ਵੀ ਅਸੀਂ ਆਪ ਹੀ ਫੋਨ ਕੀਤਾ, ਬੈਂਸ ਸਾਹਿਬ ਦੇ ਪੀਏ ਨੂੰ ਵੀ ਆਪ ਹੀ ਫੋਨ ਕੀਤਾ। ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਟਵੀਟ ਨਾਲ ਟ੍ਰੀਟਮੈਂਟ ਨਹੀਂ ਮਿਲਦੀ, ਇਸ ਕਰਕੇ ਸਾਨੂੰ ਟਵੀਟ ਕਰਨ ਨਾਲ ਕੋਈ ਸੋਲੂਸ਼ਨ ਨਹੀਂ ਹੈ। ਸਾਡੀ ਟ੍ਰੀਟਮੈਂਟ ਹੈ ਜਿਹੜੀ ਉਹ ਸੋਲੂਸ਼ਨ ਕਰਨ। ਉਹ ਘੱਟ ਤੋਂ ਘੱਟ ਉਸ ਪਰਿਵਾਰ ਨੂੰ 2 ਕਰੋੜ ਦੀ ਮਾਲੀ ਸਹਾਇਤਾ ਕਰਕੇ ਕਿਤੇ ਨਾ ਕਿਤੇ ਆਪਣਾ ਜਿਹੜਾ ਗੁਨਾਹ ਕੀਤਾ ਹੋਇਆ ਉਹਨੂੰ ਕਿਤੇ ਨਾ ਕਿਤੇ ਮਾਫੀ ਦੇ ਲਾਇਕ ਜ਼ਰੂਰ ਬਣਾ ਲਿਆ ਜਾਵੇ। ਸਰਕਾਰ ਨੇ ਬਦਲਾਅ ਕੀਤਾ ਨਾ, ਇਹੋ ਜਿਹਾ ਬਦਲਾਅ ਤਾਂ ਪੁਰਾਣੇ ਪਿਛਲੇ 20 ਸਾਲਾਂ 'ਚ ਨਹੀਂ ਦੇਖਿਆ ਵੀ ਇੱਕ ਔਨ ਡਿਊਟੀ EMPLOYE ਦੀ ਡੈਥ ਤੋਂ ਬਾਅਦ ਸਰਕਾਰ ਦਾ ਇੱਕ ਬੰਦਾ ਨਹੀਂ ਆਇਆ ਤੇ ਅੱਜ ਉਹਨਾਂ ਦਾ ਮਿਨਿਸਟਰ ਆ ਰਿਹਾ ਤੇ ਉਹ ਵੀ ਪਰਿਵਾਰ ਨੂੰ ਆ ਕੇ ਪੁੱਛ ਰਿਹਾ ਵੀ ਅਸਲ 'ਚ ਡਿਟੇਲ ਕੀ ਸੀ, ਡੈਥ ਕਿਵੇਂ ਹੋਈ। ਪੀਐਮ ਸਾਹਿਬ ਰੱਖੜੀ ਬਣਾ ਰਹੇ ਨੇ, ਉਹ ਰੱਖੜੀ ਦਾ ਧਾਗੇ ਦਾ ਉਹ ਦੱਸ ਰਹੇ ਨੇ ਮਤਲਬ ਕਿ ਭੈਣਾਂ ਦੀ ਰੱਖਿਆ ਕਰਨਾ। ਇੱਕ ਦੀ ਡੈਥ ਹੋ ਗਈ ਤੇ ਉਹਦੀ ਰੱਖਿਆ ਕੌਣ ਕਰੂਗਾ? ਬਾਰਡਰ ਦੇ ਉੱਤੇ ਸ਼ਹੀਦ ਸਾਡੇ ਦੇਸ਼ ਦੀ ਰੱਖਿਆ ਕਰਦਾ, ਠੀਕ ਆ, ਉਸ ਨੂੰ ਗੋਲੀ ਵੱਜਦੀ ਆ, ਅਸੀਂ ਸਨਮਾਨ ਦੇ ਨਾਲ ਉਸ ਦਾ ਸਤਿਕਾਰ ਕਰਦੇ ਹਾਂ। ਸੀਐਮ ਸਾਹਿਬ ਪਹੁੰਚਦੇ ਨੇ, ਪਰਿਵਾਰ ਨੂੰ ਹੌਸਲਾ ਦਿੰਦੇ ਨੇ, ਠੀਕ ਹੈ। ਇਹ ਵੀ ਤਾਂ ਬੱਚੀ ਇੱਕ ਦੇਸ਼ ਦਾ ਨਿਰਮਾਣ ਕਰ ਰਹੀ ਸੀ, ਉਸ ਬੱਚਿਆਂ ਨੂੰ ਪੜ੍ਹਾ ਰਹੇ ਸੀ ਜਿਨ੍ਹਾਂ ਨੇ ਸੈਨਿਕ ਬਣਨਾ, ਜਿਨ੍ਹਾਂ ਨੇ ਜਾ ਕੇ ਦੇਸ਼ ਦੀ ਰੱਖਿਆ ਕਰਨੀ ਆ। ਇਸ ਦਾ ਵੀ ਤਾਂ ਵੱਡਾ ਸੀ ਇੰਪੋਰਟੈਂਸ, ਇਸ ਦੀ ਕਿਉਂ ਨਹੀਂ ਸੀਐਮ ਸਾਹਿਬ ਆਏ? ਸਰਕਾਰ ਤੋਂ ਇਹੀ ਮੰਗ ਕਰ ਰਹੇ ਹਾਂ ਕਿ ਜੋ ਰਵਿੰਦਰ ਦਾ ਸੁਪਨਾ ਸੀ, ਜੋ ਮੇਰੀ ਭਾਬੀ ਦਾ ਸੁਪਨਾ ਸੀ, ਉਹਨੂੰ ਪੂਰਾ ਕਰਨ ਲਈ ਸਰਕਾਰ ਸਾਡੇ ਨਾਲ ਖੜੇ। ਪਰ ਸਾਨੂੰ ਲਿਪ ਸਿੰਪਥੀ ਨਹੀਂ ਚਾਹੀਦੀ, ਸਾਨੂੰ ਕੰਕਰੀਟ ਚਾਹੀਦਾ। ਸਾਨੂੰ ਕਰਕੇ ਦਿਖਾਣ, ਸਾਨੂੰ ਗੱਲਾਂ ਨਾਲ ਕੁਝ ਨਹੀਂ ਹੈ। ਸਤਿ ਸ਼੍ਰੀ ਅਕਾਲ। ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਵਿੱਕੀ ਜਰਖੜ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਗੱਲ ਕਰ ਲਈਏ ਲੁਧਿਆਣਾ ਦੇ ਲਾਗੇ ਪਿੰਡ ਬੱਦੋਵਾਲ, ਜਿੱਥੇ ਕੁਝ ਅਧਿਆਪਕ ਖਾਣਾ ਖਾਣ ਜਾਂਦੇ ਨੇ। ਜਦੋਂ ਛੱਤ ਬਦਲਣ ਦਾ ਕੰਮ ਚੱਲਦਾ ਸਕੂਲ ਦੇ ਵਿੱਚ, ਉਹ ਛੱਤ ਗਿਰ ਜਾਂਦੀ ਹੈ। ਹਾਦਸਾ ਹਾਲਤ ਦੇ ਵਿੱਚ ਸੱਤ ਸੀ। ਹਾਲਾਂਕਿ ਪ੍ਰਸ਼ਾਸਨ ਵੱਲੋਂ ਠੇਕੇਦਾਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ। ਠੇਕੇਦਾਰ ਜੋ ਬਿਲਡਿੰਗ ਬਣਾ ਰਿਹਾ ਸੀ ਉਹ ਫਰਾਰ ਹੈ, ਹਜੇ ਗ੍ਰਿਫਤ ਤੋਂ ਬਾਹਰ ਹੈ। ਪਰਿਵਾਰ ਦੇ ਵਿੱਚ ਮੌਜੂਦ ਆ ਉਸ ਦੇ, ਜਿੱਥੋਂ ਦੀ ਇੱਕ ਅਧਿਆਪਕਾ ਦੀ ਮੌਤ ਹੋ ਚੁੱਕੀ ਸੀ, ਜਾਨ ਤੋਂ ਚਲੇ ਗਏ ਸੀ। ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ। ਮਾਤਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਡਾ। ਸਤਿ ਸ਼੍ਰੀ ਅਕਾਲ ਮਾਤਾ ਜੀ, 9 ਦਿਨ ਬੀਤ ਗਏ। ਜੇ ਗੱਲ ਕਰੀਏ ਸਰਕਾਰ ਦਾ ਰਿਸਪੌਂਸ ਕਿੱਦਾਂ ਰਿਹਾ? ਅੱਜ ਤੁਹਾਡੇ ਤੱਕ ਪਹੁੰਚਦੇ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ। ਹਾਂ, ਬੜੀ ਮਤਲਬ ਅਫਸੋਸ ਤੇ ਹੈਰਾਨੀ ਦੀ ਗੱਲ ਆ ਕਿ ਜਦੋਂ ਇਹ ਹਾਦਸਾ ਵਾਪਰਿਆ ਨੈਚੁਰਲੀ ਆ ਕਿ ਐਡਾ ਵੱਡਾ ਪਹਾੜ ਕਿਸੇ ਪਰਿਵਾਰ ਦੇ ਉੱਤੇ ਟੁੱਟ ਜਾਣਾ, ਉਸ ਵੇਲੇ ਪਰਿਵਾਰ ਨੂੰ ਆਪਣੇ ਪਰਿਵਾਰ ਦੇ ਜੀ ਜਾਂ ਉਹਦੇ ਨਾਲ ਹੋਰ ਜੋ ਅਫੈਕਟਡ ਹੋਏ ਉਹਨਾਂ ਤੋਂ ਬਿਨਾਂ ਕੁਝ ਨਹੀਂ ਸੁਝਦਾ। ਪਰ ਫਿਰ ਵੀ ਕਿਤੇ ਨਾ ਕਿਤੇ ਸਰਕਾਰ ਤੇ ਆਸ ਸੀ। ਸਰਕਾਰ ਸਾਡੀ ਆਪਣੀ ਬਣਾਈ ਹੋਈ ਸਰਕਾਰ ਸੀ। ਸਰਕਾਰ ਅੱਜ 9ਵੇਂ ਦਿਨ ਬਾਅਦ, ਉਹ ਵੀ ਮੈਨੂੰ ਲੱਗਦਾ ਕਿ ਮੰਤਰੀ ਸਾਹਿਬ ਨੂੰ ਐਗਜ਼ੈਕਟ ਗੱਲ ਨਹੀਂ ਪਤਾ ਸੀਗੀ ਕਿ ਹਾਦਸਾ ਹੋਇਆ ਕਿਵੇਂ। ਅਸੀਂ ਉਹਨਾਂ ਨੂੰ ਫੋਨ ਰਾਹੀਂ ਅਪਰੋਚ ਕੀਤਾ, ਅਸੀਂ ਉਹਨਾਂ ਨੂੰ ਕਾਲ ਕੀਤੀ। ਆਪ ਨਹੀਂ ਆਏ ਉਹ। ਗੋਗੀ ਨੂੰ ਵੀ ਅਸੀਂ ਆਪ ਹੀ ਫੋਨ ਕੀਤਾ, ਬੈਂਸ ਸਾਹਿਬ ਦੇ ਪੀਏ ਨੂੰ ਵੀ ਆਪ ਹੀ ਫੋਨ ਕੀਤਾ। ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਠੀਕ ਆ। ਅਸਲ ਦੇ ਵਿੱਚ ਉਹ ਟਵੀਟ ਕਰਦੇ ਸੀ, ਉੱਥੋਂ ਦੱਸਦੇ ਸੀ ਵੀ ਜਿਹੜਾ ਕੁਝ ਵਾਪਰ ਰਿਹਾ ਸੀ ਉੱਥੇ। ਹਾਲਾਂਕਿ ਉਹਨਾਂ ਨੇ ਟਵੀਟ ਵੀ ਕੀਤਾ ਸੀ, ਇੱਕ ਟੀਚਰ ਦੀ, ਅਧਿਆਪਕਾ ਦੀ ਮੌਤ ਵੀ ਹੋ ਚੁੱਕੀ ਹੈ। ਪਰ ਖੁਦ ਨਾ ਤੁਹਾਡੇ ਤੱਕ ਹੁਣ ਤੱਕ ਫੋਨ ਤੇ ਗੱਲ ਕੀਤੀ ਸੀ। ਜੇਕਰ ਤੁਸੀਂ ਪਹੁੰਚ ਕੀਤੀ ਉਹਨਾਂ ਤੱਕ, ਆਪ ਫੋਨ ਤੇ ਗੱਲਬਾਤ ਕੀਤੀ? ਅਸੀਂ ਹੀ ਉਹਨਾਂ ਨੂੰ ਕੀਤਾ, ਪਰ ਸਾਨੂੰ ਸਹੀ ਟ੍ਰੀਟ ਨਹੀਂ ਕੀਤਾ। ਟਵੀਟ ਨਾਲ ਟ੍ਰੀਟਮੈਂਟ ਨਹੀਂ ਮਿਲਦੀ, ਇਸ ਕਰਕੇ ਸਾਨੂੰ ਟਵੀਟ ਕਰਨ ਨਾਲ ਕੋਈ ਸੋਲੂਸ਼ਨ ਨਹੀਂ ਹੈ। ਸਾਡੀ ਟ੍ਰੀਟਮੈਂਟ ਹੈ ਜਿਹੜੀ ਉਹ ਸੋਲੂਸ਼ਨ ਕਰਨ। ਉਹ ਇਹ ਰਿਕੁਐਸਟ ਆ ਉਹਨਾਂ ਨੂੰ। ਠੀਕ ਹੈ ਭੈਣ ਜੀ, ਆਪਾਂ ਗੱਲ ਕਰੀਏ। ਮੁੱਖ ਮੰਤਰੀ ਸਾਹਿਬ ਵੀ ਇੱਥੋਂ ਬਿਆਨ ਦਿੰਦੇ ਨੇ ਕਿ ਮੈਂ ਹਰ ਇੱਕ ਪੰਜਾਬ ਦਾ ਪੁੱਤ ਹਾਂ, ਪੰਜਾਬ ਦੇ ਵਾਸੀਆਂ ਦੇ ਨਾਲ ਖੜੇ ਹਾਂ, ਦੁੱਖ ਸੁੱਖ ਦੇ ਵਿੱਚ ਅਸੀਂ ਸਾਂਝੇ ਹੋਵਾਂਗੇ। ਦੇਖੋ, ਇਹ ਉਹਨਾਂ ਨੇ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਲੱਗਦਾ, ਕਿਉਂਕਿ ਉਹ ਸਾਡੇ ਤੱਕ ਪਹੁੰਚੇ ਨਹੀਂ ਹੈ। ਸਾਨੂੰ ਖੁਦ ਅਪਰੋਚ ਕਰਕੇ ਬੁਲਾਉਣਾ ਪਿਆ ਉਹਨਾਂ ਨੂੰ। ਮਾਨ ਸਾਹਿਬ ਦਾ ਤਾਂ ਕੋਈ ਉਹ ਨਹੀਂ ਹੈ, ਟਵੀਟ ਹੈ। ਬਾਕੀ ਮੈਂ ਵੱਡੀ ਸਿਸਟਰ ਹਾਂ, ਮੈਨੂੰ ਪਤਾ ਅੱਜ ਮੇਰਾ ਭਤੀਜਾ ਕੁਝ ਬੋਲਣ ਦੇ ਉਹ ਨਹੀਂ ਰਿਹਾ। ਉਹਦੀ ਮੈਂਟਲ ਹੈਲਥ ਕਿੱਧਰ ਜਾ ਰਹੀ ਹੈ, ਕੋਈ ਉਹਦਾ ਜ਼ਿੰਮੇਵਾਰ ਹੈ? ਮਾਂ ਦੀ ਥਾਂ ਤਾਂ ਕੋਈ ਨਹੀਂ ਲੈ ਸਕਦਾ। ਇਸ ਚੀਜ਼ ਨੂੰ ਤਾਂ ਸਭ ਜਾਣਦੇ ਨੇ। ਬਟ ਇੱਕ ਮਾਂ ਨੂੰ ਖੋ ਦੇਣਾ, ਔਰ ਫਿਰ ਇੱਕ ਪਾਰਟਨਰ, ਜਿਹਦਾ ਪਾਰਟਨਰ ਗਿਆ, ਮੇਰੇ ਭਰਾ ਦਾ 50 ਸਾਲ ਦੀ ਏਜ ਹੈ, ਇਸ ਏਜ ਤੋਂ ਹੀ ਇੱਕ ਬੌਂਡ ਅਲੱਗ ਬਣਦਾ। ਇਸ ਟਾਈਮ ਹੀ ਜ਼ਿਆਦਾ ਲੋੜ ਹੁੰਦੀ ਹੈ ਆਪਣੇ ਜੀਵਨ ਸਾਥੀ ਦੀ। ਅੱਜ ਉਹ ਚਲਾ ਗਿਆ ਤੇ ਉਹਦਾ ਇਹ ਮੁੱਲ ਪਾ ਰਹੀ ਹੈ ਸਰਕਾਰ ਕਿ ਸਿਰਫ 2 ਲੱਖ ਰੁਪਇਆ ਐਕਸਗ੍ਰੇਸ਼ੀਆ ਗ੍ਰਾਂਟ ਅੰਦਰ ਉਹਨਾਂ ਦੇ ਅਕਾਊਂਟ 'ਚ ਆਈ ਹੈ। ਬਾਕੀ ਅੱਜ ਉਹ ਕਹਿ ਕੇ ਗਏ ਨੇ, ਆਸ਼ਵਾਸਨ ਹੀ ਹੈ।
ਸਿਰਫ ਕਿ ਵੀ ਹਾਂ ਇੱਕ ਗੁੱਡ ਅਮਾਉਂਟ ਦਵਾਂਗੇ ਅਸੀਂ, ਉਹ ਵੀ ਸਾਨੂੰ ਜਦ ਤੱਕ ਦੇਖੋ ਉਹਨਾਂ ਨੇ ਬੋਲੀਆਂ ਨੇ, ਉਹਨਾਂ ਦੇ ਵਿੱਚੋਂ ਵੀ, ਕਿਉਂਕਿ ਉਹਨਾਂ ਨੇ ਨਾ ਸਾਨੂੰ ਕੋਈ 5-10 ਮਿੰਟ ਪਹਿਲਾਂ ਇਨਫੋਰਮੇਸ਼ਨ ਦਿੱਤੀ ਆਪਣੇ ਆਉਣ ਦੀ, ਉਹ ਅਚਾਨਕ ਆ ਗਏ। ਜਦੋਂ ਮੈਂ ਇਹਨਾਂ ਦੀ ਮਾਸੀ ਲੱਗਦੀ ਆ, ਜਦੋਂ ਕਿ ਮੇਰਾ ਭਾਣਜਾ ਆਪਣੀ ਸਿਸਟਰ ਨੂੰ ਡ੍ਰੌਪ ਕਰਨ ਲਈ ਗਿਆ ਹੋਇਆ ਸੀ, ਘਰ ਦੇ ਵਿੱਚ ਅਸੀਂ ਸਿਰਫ 3 ਲੇਡੀ ਸੀਗੀਆਂ, ਜਿਨ੍ਹਾਂ ਵਿੱਚੋਂ ਇੱਕ ਨਹਾ ਰਹੇ ਸੀਗੇ, ਉਹਦੇ ਮਦਰ। ਤਾਂ ਉਹ ਬੈਠ ਕੇ ਜੋ ਮੈਨੂੰ ਪਤਾ ਲੱਗਿਆ ਉਹਦੇ ਵਿੱਚੋਂ ਇਹੀ ਸੀ ਕਿ ਸਰ ਨੂੰ ਇਹ ਨਹੀਂ ਸੀ ਪਤਾ ਕਿ ਐਗਜ਼ੈਕਟ ਡੈਥ ਕਿਵੇਂ ਹੋਈ ਆ, ਲੈਂਟਰ ਕਿਵੇਂ ਗਿਰਿਆ, ਕਿਉਂਕਿ ਸਾਡੇ ਸਾਹਮਣੇ ਉਹਨਾਂ ਨੇ ਇਹ ਡੀਓ ਸਾਹਿਬ ਨੂੰ ਪੁੱਛਿਆ। ਸੈਕੰਡਲੀ ਉਹਨਾਂ ਨੇ ਸਿਰਫ ਇਹ ਕਿਹਾ ਕਿ ਚਲੋ ਐਕਸਕ੍ਰੇਸ਼ੀਆ ਗ੍ਰਾਂਟ ਨੂੰ ਅਸੀਂ ਗੁੱਡ ਅਮਾਉਂਟ ਦੇ ਵਿੱਚ ਬਦਲ ਦਾਂਗੇ। ਉਹ ਗੁੱਡ ਅਮਾਉਂਟ ਉਹਨਾਂ ਨੂੰ ਪਤਾ ਕਿ ਉਹ ਕਿਸ ਹਿਸਾਬ ਦੇ ਨਾਲ ਗੁੱਡ ਅਮਾਉਂਟ ਬੋਲ ਕੇ ਗਏ ਨੇ। ਦੂਸਰਾ ਉਹਨਾਂ ਨੇ ਇਹ ਕਿਹਾ ਕਿ ਜੌਬ ਦੀ ਅਸੀਂ ਸ਼ਿਓਰਟੀ ਲੈਣਾ ਕਿ 5-7 ਤੋਂ 15 ਦਿਨਾਂ ਵਿੱਚ ਦੇਵਾਂਗੇ, ਇਫ ਯੂ ਆਰ ਇੰਟਰਸਟਡ ਸਲਾਹ ਕਰਕੇ ਦੱਸ ਦਿਓ। ਉਸ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਬੋਲਿਆ, ਔਰ ਮੇਨ ਜੋ ਉਹਨਾਂ ਦੇ ਹਸਬੈਂਡ ਸੀ, ਉਹਨਾਂ ਦੇ ਆਉਣ ਤੋਂ ਬਾਅਦ 5 ਮਿੰਟ ਦੇ ਵਿੱਚ ਹੀ ਉਹ ਆਪਣੀ ਗੱਲ ਨੂੰ ਸਮ ਅਪ ਕਰਕੇ ਚਲੇ ਗਏ। ਤੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਤੁਸੀਂ ਮੈਨੂੰ ਵੀ ਅਪਰੋਚ ਕਰ ਸਕਦੇ ਹੋ ਦੁਬਾਰਾ, ਤੇ ਅਗਰ ਤੁਸੀਂ ਚਾਹੋ ਤਾਂ ਮੈਂ ਵੀ ਤੁਹਾਡੇ ਘਰ ਤੱਕ ਪਹੁੰਚ ਸਕਦਾ। ਪਰ ਇੰਨਾ ਵੱਡਾ ਪਹਾੜ ਟੁੱਟਣ ਤੋਂ ਬਾਅਦ ਅਗਰ ਸਾਡੇ ਹੀ ਬੁਲਾਉਣ 'ਤੇ, ਸਾਡੀ ਹੀ ਅਪਰੋਚ ਕਰਨ 'ਤੇ, ਜਾਂ ਜਥੇਬੰਦੀਆਂ ਦੇ ਐਫਰਟਸ ਦੇ ਨਾਲ ਜੇ ਉਹ 9ਵੇਂ ਦਿਨ ਆ ਰਹੇ ਨੇ, ਤਾਂ ਸਾਨੂੰ ਤਾਂ ਕਿਤੇ ਨਾ ਕਿਤੇ ਬਹੁਤ ਡਰ ਆ ਮਨ ਦੇ ਵਿੱਚ ਕਿ ਕੀ ਉਹ ਦੁਬਾਰਾ ਸਾਨੂੰ ਮਿਲ ਸਕਣਗੇ ਜਾਂ ਦੁਬਾਰਾ ਸਾਨੂੰ ਨਹੀਂ ਮਿਲ ਸਕਣਗੇ। ਮੈਂ ਤਾਂ ਇਹ ਵੀ ਕਹਿੰਦੀ ਹਾਂ ਕਿ ਹਸਪੀਟਲ ਅਸੀਂ ਰਾਤ ਨੂੰ ਗਏ, ਉਹਨਾਂ ਬੱਚੀਆਂ ਨੂੰ ਦੇਖਿਆ ਜਿਹੜੀਆਂ 1-1 ਸਾਲ ਦੇ ਬੱਚੇ ਨੂੰ ਛੱਡ ਕੇ ਘਰ ਹਸਪੀਟਲ ਦੇ ਅੰਦਰ ਪਈਆਂ ਨੇ, 3-3 ਬੱਚਿਆਂ ਨੂੰ ਛੱਡ ਕੇ ਹਸਪੀਟਲ ਦੇ ਅੰਦਰ ਪਈਆਂ ਨੇ। ਇਹ ਪ੍ਰਮਾਤਮਾ ਦਾ ਭਾਣਾ ਕਹਿ ਦੇਣਾ ਬਹੁਤ ਆਸਾਨ ਗੱਲ ਆ। ਜਦੋਂ ਪ੍ਰਮਾਤਮਾ ਨੇ ਸੋਝੀ ਦਿੱਤੀ ਆ ਕਿ ਇੱਕ ਇਮਾਰਤ ਆ ਜੋ ਬਿਲਕੁਲ ਖੋਖਲਾ ਹਾਲਤ ਦੇ ਵਿੱਚ ਆ, ਜੋ ਗਿਰਨ ਵਾਲੀ ਆ, ਉਹਦੇ ਅੰਦਰ 10 ਮਿੰਟ ਪਹਿਲਾਂ 13 ਟੀਚਰ ਬੈਠੇ ਸੀ, ਔਰ 13 ਟੀਚਰਾਂ ਦੇ ਵਿੱਚੋਂ ਜਿਹੜੇ ਬਾਕੀ ਦੇ 4 ਨੂੰ ਛੱਡ ਕੇ ਟੀਚਰ ਸੀ ਉਹ ਬਾਹਰ ਜਾ ਚੁੱਕੇ ਸੀ। ਅਗਰ ਉਹ ਛੱਤ ਉਸ ਮੂਵਮੈਂਟ 'ਚ ਗਿਰ ਜਾਂਦੀ ਤਾਂ 13 ਘਰ ਬਰਬਾਦ ਹੋ ਜਾਣੇ ਸੀ, ਔਰ ਇੰਨੇ ਬੱਚੇ ਇੱਕ ਸਰਕਾਰ ਦੀ ਨੈਗਲੀਜੈਂਸੀ ਨਾਲ ਅਨਾਥ ਹੋ ਜਾਣੇ ਸੀਗੇ। ਜਦੋਂ ਜਿਵੇਂ ਕਿ ਸਾਡੇ ਘਰ ਦੇ ਵਿੱਚ ਵਾਪਰ ਰਿਹਾ, ਟੀਨੇਜਰ ਬੱਚਾ ਜਿਹਦੀ ਸਮਝ ਹੀ ਨਹੀਂ ਆ ਰਹੀ। ਇੱਕ ਮਦਰ ਹੁੰਦੀ ਆ ਜੋ ਬੱਚੇ ਦੇ ਦਿਲ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਕੱਢ ਲੈਂਦੀ ਆ। ਉਹਦੀ 78 ਸਾਲ ਦੀ ਦਾਦੀ ਉਹਨੂੰ ਕਿਵੇਂ ਡਰ ਕੇ ਉਹਦੇ ਨਾਲ ਪੇਸ਼ ਆ ਰਹੀ ਆ ਕਿ ਬੱਚਾ ਕਿਤੇ ਮੇਰੇ ਕਿਸੇ ਵੀ ਗੱਲ ਤੋਂ ਹਰਟ ਨਾ ਹੋ ਜੇ, ਉਹ ਆਪਣੀ ਮਾਂ ਨੂੰ ਮਿਸ ਕਰ ਰਿਹਾ। ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਕੌਣ ਇਸ ਨੂੰ ਪੂਰਾ ਕਰੂਗਾ। ਤਾਂ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਅੱਜ ਸਾਡੇ ਨਾਲ ਹੋਇਆ, ਪਰ ਕੱਲ ਇਸ ਗੱਲ ਵੱਲ ਸਰਕਾਰ ਜ਼ਰੂਰ ਧਿਆਨ ਦੇਵੇ, ਕਿਉਂਕਿ ਇਹ ਜ਼ਰੂਰੀ ਆ। ਇੱਥੇ ਬਹੁਤ ਹੀ ਲੋਕਾਂ ਦੇ ਅੱਜ ਕੱਲ੍ਹ 1-1 ਬੱਚਾ ਜਿਹੜਾ ਸਕੂਲਾਂ ਦੇ ਵਿੱਚ ਪੜ੍ਹ ਰਿਹਾ। ਅੱਜ ਕੱਲ੍ਹ ਔਲਾਦ ਉਹ ਨਹੀਂ ਹੈ ਕਿ ਪਹਿਲੇ ਜ਼ਮਾਨੇ ਦੇ ਵਿੱਚ 7-7 8-8 ਬੱਚੇ ਹੁੰਦੇ ਸੀ, ਹੁਣ ਕਿਸੇ ਦੇ 1 ਬੱਚਾ, ਕਿਸੇ ਦਾ 2 ਬੱਚਾ। ਸਰਕਾਰ ਜ਼ਿੰਮੇਵਾਰ ਹੋਗੀ ਕਿ ਘਰ ਦੇ ਵਿੱਚ ਉਹਨਾਂ ਦੇ ਉਦਾਸੀਆਂ ਨੂੰ ਸੱਦਾ ਦੇਣਾ ਜਾਂ ਘਰਾਂ ਦੇ ਵਿੱਚ ਖੁਸ਼ੀ ਮੇਨਟੇਨ ਕਰਨੀ ਆ। ਮੈਂ ਇਸ ਤੋਂ ਬਾਅਦ ਕੁਝ ਨਹੀਂ ਬੋਲੂੰਗੀ, ਕਿਉਂਕਿ ਸਰਕਾਰ ਖੁਦ ਚਕੰਨੀ ਹੋਣੀ ਚਾਹੀਦੀ ਆ। ਔਰ ਮੈਂ ਪਰਿਵਾਰ ਦੇ ਲਈ ਇਹ ਜ਼ਰੂਰ ਬੋਲੂੰਗੀ ਕਿ ਜਿਸ ਮਾਂ ਨੇ 14 ਸਾਲ ਹੋਰ ਜੌਬ ਕਰਕੇ ਆਪਣਾ ਪੈਸਾ ਬਚਾ ਕੇ 1 ਕਰੋੜ ਇਕੱਠਾ ਕਰਨਾ ਸੀ, ਘੱਟ ਤੋਂ ਘੱਟ ਉਸ ਪਰਿਵਾਰ ਨੂੰ 2 ਕਰੋੜ ਦੀ ਮਾਲੀ ਸਹਾਇਤਾ ਕਰਕੇ ਕਿਤੇ ਨਾ ਕਿਤੇ ਆਪਣਾ ਜਿਹੜਾ ਗੁਨਾਹ ਕੀਤਾ ਹੋਇਆ ਉਹਨੂੰ ਕਿਤੇ ਨਾ ਕਿਤੇ ਮਾਫੀ ਦੇ ਲਾਇਕ ਜ਼ਰੂਰ ਬਣਾ ਲਿਆ ਜਾਵੇ, ਤਾਂ ਕਿ ਜਾਣ ਵਾਲੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਕਿ ਉਹਦਾ ਬੱਚਾ ਬਿਨਾਂ ਕਿਸੇ ਐਫਰਟ ਤੋਂ ਪੜ੍ਹ ਰਿਹਾ, ਉਹਦੇ ਪਿੱਛੇ ਉਹਦਾ ਕੋਈ ਵੀ ਸਟੱਡੀ ਦੇ ਲੈਵਲ ਦੇ ਉੱਤੇ ਕੰਮ ਖਰਾਬ ਨਹੀਂ ਹੋਊਗਾ। ਸਰਕਾਰ ਨੇ ਮਦਦ ਕੀਤੀ ਆ। ਮੈਂ ਇਸ ਤੋਂ ਬਾਅਦ ਬਿਲਕੁਲ ਵੀ ਹੋਰ ਕੁਝ ਨਹੀਂ ਬੋਲਣਾ। ਦੋਸ਼ੀ ਠਹਿਰਾਇਆ ਗਿਆ ਠੇਕੇਦਾਰ ਨੂੰ, ਜਿੰਨਾ ਗੱਲ ਕਰ ਲਈਏ ਦੋਸ਼ੀ ਠਹਿਰਾਇਆ ਗਿਆ। ਪ੍ਰਬੰਧ ਚੱਲ ਰਹੇ ਸੀ, ਸਕੂਲ ਦੀ ਛੱਤ ਬਦਲਣੀ ਸੀ, ਕਿਤੇ ਨਾ ਕਿਤੇ ਇਹ ਵੀ ਲੱਗਦਾ ਪ੍ਰਸ਼ਾਸਨ ਵੀ ਉਨਾ ਹੀ ਜ਼ਿੰਮੇਵਾਰ ਆ। ਇਹ ਵੈਸੇ ਜਿਹੜਾ ਇਹਨਾਂ ਨੇ ਸਰਕਾਰ ਨੇ ਬਦਲਾਅ ਕੀਤਾ ਨਾ, ਇਹੋ ਜਿਹਾ ਬਦਲਾਅ ਤਾਂ ਪੁਰਾਣੇ ਪਿਛਲੇ 20 ਸਾਲਾਂ 'ਚ ਨਹੀਂ ਦੇਖਿਆ। ਵੀ ਇੱਕ ਔਨ ਡਿਊਟੀ EMPLOYE ਦੀ ਡੈਥ ਤੋਂ ਬਾਅਦ ਸਰਕਾਰ ਦਾ ਇੱਕ ਬੰਦਾ ਨਹੀਂ ਆਇਆ, ਤੇ ਅੱਜ ਉਹਨਾਂ ਦਾ ਮਿਨਿਸਟਰ ਆ ਰਿਹਾ ਤੇ ਉਹ ਵੀ ਪਰਿਵਾਰ ਨੂੰ ਆ ਕੇ ਪੁੱਛ ਰਿਹਾ ਵੀ ਅਸਲ 'ਚ ਡਿਟੇਲ ਕੀ ਸੀ, ਡੈਥ ਕਿਵੇਂ ਹੋਈ ਆ। ਤੇ ਇਹੋ ਜਿਹੀਆਂ ਚੀਜ਼ਾਂ ਤੋਂ ਬਾਅਦ ਤਾਂ ਸਾਨੂੰ ਕੋਈ ਸੋਚਣ ਦਾ ਸਾਡੇ ਕੋਲ ਕੁਝ ਹੈ ਹੀ ਨਹੀਂ ਵੀ ਇਹ ਕੀ ਕਰਨਗੇ। ਸਾਨੂੰ ਕੁਝ ਨਹੀਂ, ਸਾਡੇ ਲਈ ਤਾਂ ਇਹ ਕੁਝ ਵੀ ਨਹੀਂ ਕਰ ਸਕਦੇ ਜੋ ਸਾਨੂੰ ਲੱਗ ਰਿਹਾ। ਤੇ ਇਹੀ ਕਹਿੰਦੇ ਆ ਵੀ 2 ਕਰੋੜ ਰੁਪਏ ਦੀ ਪਰਿਵਾਰ ਨੂੰ ਵਿੱਤੀ ਸਹਾਇਤਾ ਕੀਤੀ ਜਾਵੇ, ਤੇ ਇਹਨਾਂ ਦੀ ਜੋ ਨੌਕਰੀ ਦਾ ਹੈ ਉਹ ਇਹਨਾਂ ਨੂੰ ਜਲਦ ਤੋਂ ਜਲਦ ਦਿੱਤਾ ਜਾਵੇ। ਠੀਕ ਆ ਭੈਣ ਜੀ, ਉੱਥੇ ਚਾਹੀਦਾ ਸੀ ਇਹਨਾਂ ਨੂੰ ਉੱਥੇ ਮੌਕੇ ਤੇ ਮੌਜੂਦ ਜਦੋਂ ਇਹ ਘਟਨਾ ਘਟਦੀ ਆ ਕਿ ਕੋਈ ਸਰਕਾਰ ਦਾ ਨੁਮਾਇੰਦਾ ਚਾਹੀਦਾ ਸੀ। ਜੇ ਗੱਲ ਕਰ ਲਈਏ ਵਿਧਾਇਕ ਵੀ ਨੇ ਇੱਥੋਂ ਦੇ ਲਾਗੇ, ਲੁਧਿਆਣੇ ਦੇ ਵਿਧਾਇਕ ਨੇ ਲਾਗੇ, ਹੋਰ ਵੀ ਹਲਕਿਆਂ ਤੋਂ ਵਿਧਾਇਕ ਨੇ, ਉੱਥੇ ਕੋਈ ਪਹੁੰਚਣਾ ਜਾਣਾ ਚਾਹੀਦਾ ਸੀ ਉਸ ਵੇਲੇ। ਬਿਲਕੁਲ ਜਾਣਾ ਚਾਹੀਦਾ ਸੀਗਾ। ਬਸ ਉੱਥੇ ਉਸ ਟਾਈਮ ਮੌਕੇ ਜਦੋਂ ਵਾਰਦਾਤ ਇਹ ਹੋਈ ਹੈ, ਇਹ ਭਾਣਾ ਵਰਤਿਆ, ਉਸ ਟਾਈਮ DC ਮੈਡਮ ਸੀਗੇ, DO ਸੀਗੇ, ਬਸ ਇਹੀ ਦਿਖਦੇ ਰਹੇ ਨੇ। ਔਰ ਉਹ ਹੁਣ ਤੱਕ ਵੀ SDM ਸਾਹਿਬ
ਇਹ ਬੰਦੇ ਨੇ ਜਿਹੜੇ ਸਾਡੇ ਨਾਲ ਹਰ ਮੌਕੇ ਤੇ ਖੜੇ ਨੇ। ਬਾਕੀ ਹੋਰ ਕੋਈ ਨਹੀਂ, ਮਿਨਿਸਟਰ ਲੈਵਲ ਤੇ ਕੋਈ ਨਹੀਂ, ਸਿਰਫ ਟਵੀਟਸ ਹੋਏ ਨੇ। ਠੀਕ ਆ, ਸਕੂਲ ਦਾ ਜਦੋਂ ਘਟਨਾ ਘਟੀ, ਹੁਣ ਸਕੂਲ ਦਾ ਜਿਹੜੇ ਬੱਚੇ ਨੇਗੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿੱਚ ਪੜ੍ਹਦੇ ਨੇ, ਸਕੂਲ ਨੂੰ ਸੀਲ ਕਰ ਦਿੱਤਾ, ਬੰਦ ਕਰ ਦਿੱਤਾ ਗਿਆ। ਲੱਗਦਾ ਪਹਿਲਾਂ ਨਹੀਂ ਕਰ ਦੇਣਾ ਚਾਹੀਦਾ? ਬਿਲਕੁਲ ਪਹਿਲਾਂ ਕਰ ਦੇਣਾ ਚਾਹੀਦਾ ਸੀ। ਜੇ ਪਹਿਲਾਂ ਕਰਦੇ ਤਾਂ ਇਹ ਦੁਰਘਟਨਾ ਹੀ ਨਾ ਹੁੰਦੀ। ਕੱਲ ਸੀਐਮ ਸਾਹਿਬ ਰੱਖੜੀ ਮਨਾ ਰਹੇ ਨੇ, ਉਹ ਰੱਖੜੀ ਦਾ ਧਾਗੇ ਦਾ ਉਹ ਦੱਸ ਰਹੇ ਨੇ ਮਤਲਬ ਕਿ ਭੈਣਾਂ ਦੀ ਰੱਖਿਆ ਕਰਨਾ। ਇੱਕ ਦੀ ਡੈਥ ਹੋ ਗਈ ਤੇ ਉਹਦੀ ਰੱਖਿਆ ਕੌਣ ਕਰੂਗਾ? ਕਿ ਅਸੀਂ ਮੂੰਹ 'ਚ ਦੋ ਲਫ਼ਜ਼ ਵੀ ਨਹੀਂ ਬੋਲ ਸਕੇ। ਇਹ ਸਾਰੀ ਡਰਾਮੇਬਾਜ਼ੀ ਕਰ ਰਹੇ ਨੇ ਨਾ, ਫਿਰ ਇਹਦਾ ਮਤਲਬ ਤਾਂ ਆਪਾਂ ਇਹੀ ਕਹਾਂਗੇ। ਸੀਐਮ ਸਾਹਿਬ ਨੇ ਜਿਹੜੀ ਕੱਲ ਰੱਖੜੀ ਤੁਸੀਂ ਨਿਊਜ਼ ਦੇਖੀ ਹੋਣੀ ਆ, ਉਹ ਧਾਗੇ ਦੇ ਉੱਤੇ ਉਹਨਾਂ ਨੇ ਬੜੀਆਂ ਦਿੱਤੀਆਂ, ਧਾਗੇ ਦਾ ਦੱਸਿਆ ਵੀ ਧਾਗੇ ਦਾ ਮਤਲਬ ਦੱਸਿਆ, ਮਿਲਣੀਆਂ ਦਾ ਮਤਲਬ ਦੱਸਿਆ, ਕਿ ਇਹਦਾ ਮਤਲਬ ਨਹੀਂ ਉਹਨਾਂ ਨੂੰ ਪਤਾ ਸੀ। ਠੀਕ ਹੈ ਮਾਤਾ ਜੀ, ਤੁਸੀਂ ਘਰੇ ਸੀਗੇ ਜਦੋਂ ਇਹ ਘਟਨਾ ਘਟੀ? ਤੁਹਾਨੂੰ ਬੇਟਾ ਮੈਂ ਘਰ ਸੀ, ਮੈਨੂੰ ਉਸ ਟਾਈਮ ਬਲੱਡ ਪ੍ਰੈਸ਼ਰ ਦਾ ਅਟੈਕ ਹੋਇਆ ਸੀ। 1:30 ਵਜੇ ਮੇਰੇ ਕੋਲੇ ਸਕੂਲ ਦੇ ਟੀਚਰ ਆਏ ਨੇ, ਜਦੋਂ ਕਿ ਘਟਨਾ ਇਹ 12 ਵਜੇ ਹੋ ਚੁੱਕੀ ਸੀ, ਲੈਂਟਰ ਗਿਰ ਗਿਆ ਸੀ। ਤਾਂ ਉਹਨਾਂ ਨੇ ਆਖਿਆ ਵੀ ਆਂਟੀ ਚੱਲੋ, ਤੇ ਵੀ ਕੁਛ ਰਵਿੰਦਰ ਨੂੰ ਕੋਈ ਮਾੜੀ ਜੀ ਪ੍ਰੋਬਲਮ ਹੈ। ਮੈਂ ਕੀ ਪ੍ਰੋਬਲਮ ਹੋਈ ਹੈ? ਕਹਿੰਦੇ ਵੀ ਕੁਛ ਸਾਡੇ ਥੋੜਾ ਜਿਹਾ ਕੰਸਟਰਕਸ਼ਨ ਵਰਕ ਹੈ। ਮੈਂ ਕਿਹਾ ਉਹਨੂੰ ਤਾਂ ਨਹੀਂ ਕੁਛ ਲੱਗੀ ਚੋਟ? ਤੇ ਕਹਿੰਦੇ ਨਹੀਂ ਉਹਨੂੰ ਕੁਛ ਨਹੀਂ, ਤੁਸੀਂ ਚੱਲੋ। ਮੈਂ ਕਿਹਾ ਤੁਸੀਂ ਲੈ ਕੇ ਜਾ ਰਹੇ ਹੋ, ਮੈਨੂੰ ਲੱਗਦਾ ਕੋਈ ਸੀਰੀਅਸ ਪ੍ਰੋਬਲਮ ਆ। ਮੈਂ ਰਸਤੇ 'ਚ ਇੰਟੈਰੋਗੇਟ ਕਰਦੀ ਗਈ, ਪਰ ਉਹਨਾਂ ਨੇ ਮੈਨੂੰ ਕੁਛ ਨਹੀਂ ਦੱਸਿਆ। ਉੱਥੇ ਜਿਹੜੀ ਤੁਸੀਂ ਆਂਟੀ ਇੱਥੇ ਆਓ, ਆਫਿਸ ਬਿਠਾ ਕੇ ਮੈਨੂੰ ਪਾਣੀ ਪਿਲਾਓ। ਉਹ ਮੈਨੂੰ ਪਾਣੀ ਕੀ ਚੰਗਾ, ਮੇਰਾ ਬੱਚਾ ਤਾਂ ਦਿਖਾਓ ਕਿੱਥੇ ਆ ਉਹ। ਤੁਸੀਂ ਨਹੀਂ ਆਂਟੀ ਉੱਥੇ ਜਾਣਾ, ਉੱਥੇ ਅਨਸੇਫ ਬਿਲਡਿੰਗ ਆ। ਫਿਰ ਉਹ ਅਨਸੇਫ ਬਿਲਡਿੰਗ 'ਤੇ ਮੇਰੀ ਬੇਟੀ ਕੀ ਕਰਨ ਗਈ ਸੀ? ਉਹ ਕੀ ਕਰਨ ਗਈ ਸੀ? ਤੁਸੀਂ ਮੈਨੂੰ ਬਚਾ ਰਹੇ ਹੋ, ਮੇਰਾ ਬੱਚਾ ਕਿੱਥੇ ਆ? ਬਸ ਉੱਥੋਂ ਹੁਣੀ ਦੱਸਦੇ ਆ ਤੁਹਾਨੂੰ, ਹੁਣੀ ਇਹੀ ਆ ਰਿਹਾ ਸੀ। ਰਵਿੰਦਰ ਨੇ ਪਾਣੀ ਪੀ ਲਿਆ, ਰਵਿੰਦਰ ਆਲ ਰਾਈਟ, ਰਵਿੰਦਰ ਠੀਕ ਆ। ਮੈਂ ਆਪਣੇ ਬੇਟੇ ਨੂੰ ਰਸਤੇ 'ਚ ਫੋਨ ਕਰਤਾ, ਮੈਂ ਕਿਹਾ ਬੱਚੇ ਫਟਾਫਟ ਆ ਜਾ, ਕੋਈ ਘਟਨਾ ਘਟ ਗਈ। ਜਦੋਂ ਇਹ ਗਿਆ ਉਦੋਂ NDRF ਦੀ ਟੀਮ ਤਿੰਨਾਂ ਨੂੰ ਤਾਂ ਬਹੁਤ ਜਲਦੀ ਨਿਕਲ ਗਈਆਂ, ਇਹਨੂੰ 1.5 ਘੰਟੇ ਬਾਅਦ ਕੱਢਿਆ ਗਿਆ। ਐਟ ਦੈਟ ਟਾਈਮ ਸ਼ੀ ਵਾਜ਼ ਨੋ ਮੋਰ। ਪਰ ਮੇਰਾ ਬੱਚਾ ਇਹਨੂੰ ਵਿਜੀਲੈਂਸ ਸੌਰੀ ਆ ਜਿਹੜੀ ਤੁਹਾਡੀ ਵੈਨ ਹੁੰਦੀ ਆ ਐਂਬੂਲੈਂਸ ਦੇ ਵਿੱਚ ਲੈ ਗਿਆ। ਕੋਸ਼ਿਸ਼ ਕੀਤੀ, ਡਾਕਟਰਸ ਨੇ ਕਿਹਾ ਵੀ 1 ਵਾਰੀ ਨਹੀਂ 2 ਵਾਰੀ 3 ਵਾਰੀ ਤੁਸੀਂ ਦੇਖੋ, ਸ਼ਾਇਦ ਕਿੱਥੇ। ਮੈਂ ਉਸ ਬੱਚੀ ਦੇ ਆ ਲਾ ਕੇ ਬੇਟੇ ਉੱਠ ਬੇਟੇ ਤੇਰੇ ਮੰਮਾ ਆ ਗਏ, ਉੱਠ। ਬੇਟੀ ਮੇਰੀ ਕਿੱਥੇ ਸੀ ਜੀ? ਕੁਛ ਨਹੀਂ ਸੀ। ਹੁਣ ਦੇਖੋ ਸਾਡਾ ਤਾਂ ਸਾਰਾ ਘਰ ਪਲਟ ਗਿਆ ਨਾ, ਬੁਰੀ ਤਰ੍ਹਾਂ ਪਲਟ ਗਿਆ। ਆ ਮੇਰੇ ਭੈਣ ਭਰਾ ਮੇਰੇ ਉਦਣ ਦੇ ਖੜੇ ਨੇ, ਨਹੀਂ ਮੈਂ ਇੱਥੇ ਆਪ ਹੀ ਕਲੈਪਸ ਹੋ ਜਾਣਾ ਸੀ। ਮੈਂ ਇਹਨਾਂ ਦੇ ਸਹਾਰੇ ਨਾਲ ਬੈਠੀ ਆ। ਤੇ ਸੀਐਮ ਸਾਹਿਬ ਹੁਣ ਸਕੂਲ ਨੂੰ ਸੀਲ ਕਰ ਦਿੱਤਾ ਗਿਆ, ਦੁਰਘਟਨਾ ਘਟੀ ਹੈ ਜਦੋਂ, ਉਸ ਤੋਂ ਬਾਅਦ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿੱਚ ਪੜ੍ਹਨ ਲਈ ਭੇਜਤਾ, ਉੱਥੇ ਕਲਾਸਾਂ ਲੱਗਦੀਆਂ ਨੇ। ਹੁਣ ਸਕੂਲ ਨੂੰ ਬੰਦ ਕਰ ਦਿੱਤਾ ਗਿਆ, ਸਕੂਲ ਸੀਲ ਕਰ ਦਿੱਤਾ। ਇਹ ਜੇ ਪਹਿਲਾਂ ਹੀ ਦੇਖਿਆ ਜਾਂਦਾ ਪ੍ਰਬੰਧ, ਅਜਿਹੀ ਘਟਨਾ ਨਹੀਂ ਘਟਣੀ ਸੀ। ਮੈਂ ਇਹੀ ਉਹਨਾਂ ਨੂੰ ਕਿਹਾ ਸੀ ਵੀ ਇੰਨੇ ਟੀਚਰ ਜਿਹੜੇ ਨੇ ਉਹ ਖਤਮ ਹੋ ਰਹੇ ਨੇ, ਵੀ ਤੁਸੀਂ ਪਹਿਲਾਂ ਕਿਉਂ ਨਹੀਂ ਇਹਨੂੰ ਰੋਕਿਆ? ਤੁਸੀਂ ਸਟਾਫ ਰੂਮ ਦੇ ਵਿੱਚ ਕਿਉਂ ਜਾਣ ਦਿੱਤਾ ਉਹਨਾਂ ਨੂੰ ਸਾਰੇ? ਤਾਂ ਉਹ ਜਿਹੜੇ ਸੀ ਪ੍ਰਿੰਸੀਪਲ, ਉਹ ਤਾਂ ਛੁੱਟੀ ਤੇ ਸੀ ਜੀ, ਉਹਨਾਂ ਦੇ ਤਾਂ ਡੈਥ ਹੋ ਗਈ ਸੀ, ਉਹ ਹੈ ਨਹੀਂ ਸੀ। ਫਿਰ ਕੋਈ ਜ਼ਿੰਮੇਵਾਰ ਵਿਅਕਤੀ ਤਾਂ ਕੋਈ ਹੋਊਗਾ, ਤੁਸੀਂ ਕਿਉਂ ਭੇਜਿਆ ਉਹਨਾਂ ਨੂੰ? ਉਹ ਪਹਿਲਾਂ ਕਹਿੰਦੇ 13 ਟੀਚਰਸ ਉੱਥੇ ਸਟਾਫ ਰੂਮ ਸੀ, ਇਹ ਹੁਣ 4 ਸੀ, ਕਿਉਂਕਿ ਚਾਰੇ ਨਿਊਲੀ ਟ੍ਰਾਂਸਫਰਸ ਕਰਾ ਕੇ ਗਈਆਂ ਸੀ। ਨੈਚੁਰਲੀ ਪਿਆਰ ਹੁੰਦਾ ਆਪਸ ਵਿੱਚ। ਤੇ ਬਸ ਉੱਥੇ ਬੈਠੇ ਇਹਨਾਂ ਨੇ ਖਾਣਾ ਵੀ ਖਾ ਲਿਆ ਸੀ, ਬੱਚੀ ਨੇ ਪਾਣੀ ਪੀਣ ਗਈ ਆ। ਪਾਣੀ ਪੀ ਕੇ ਜਦੋਂ ਇੱਕ ਲੈ ਕੇ ਗਈ ਆ ਬੋਟਲ, ਬਸ ਨਾਲ ਦੀ ਨਾਲ ਤਾਂ ਉਹ ਸਾਰਾ ਗਿਰ ਗਿਆ। ਵੀ ਗੱਲ ਇਹ ਆ ਵੀ ਅਨਸੇਫ ਬਿਲਡਿੰਗ ਦੇ ਵਿੱਚ ਤੁਸੀਂ ਕਿਉਂ ਭੇਜਿਆ? ਹੁਣੀ ਗਏ ਸੀ ਉਹ ਬਦਲੀ ਕਰਵਾ ਕੇ ਇੱਥੋਂ, ਪਹਿਲਾਂ ਕਿਸੇ ਹੋਰ ਸਕੂਲ ਹੋਇਆ ਉੱਥੇ। ਇਹ ਤਾਂ ਨੂਰਪੁਰ ਵੇਟ ਸੀ, ਇਹਦੀ ਪਹਿਲੀ ਪੋਸਟਿੰਗ ਨੂਰਪੁਰ ਵੇਟ ਸੀ। 2016 ਦੇ ਵਿੱਚ ਇਹਦੀ ਨਿਯੁਕਤੀ ਹੋਈ ਹੈ ਬੇਟੀ ਦੀ। ਇਹਨੇ ਆਨਲਾਈਨ ਇੱਥੇ ਪੋਸਟ ਵੇਕੈਂਟ ਸੀ। ਹੋਰ ਦੇਖੋ, ਜਿਸ ਲੇਡੀ ਦੀ ਪੋਸਟ ਦੇ ਅਗੇਂਸਟ ਇਹ ਕੁੜੀ ਗਈ ਆ, ਉਸ ਨੂੰ ਕੈਂਸਰ ਹੋ ਗਿਆ। ਉਹ ਤਾਂ ਛੋਟੇ ਬੱਚੇ ਸੀ, ਉਸ ਟੀਚਰ ਨੂੰ ਸੀਗੇ, ਉਹ ਇੱਥੇ ਅਫਸੋਸ ਕਰਨ ਆਏ ਨੇ, ਉਹਨਾਂ ਨੇ VRS ਲਿੱਤੀ ਤਾਂ ਇਹ ਪੋਸਟ ਵੇਕੈਂਟ ਹੋਈ। ਤੇ ਮਤਲਬ ਉਹ ਆ ਕੇ ਕਹਿ ਰਹੇ ਸੀਗੇ, ਕਹਿੰਦੇ ਕਿ ਅਸੀਂ ਇੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ, ਪੜ੍ਹਾਉਂਦੇ ਬਲੈਕ ਬੋਰਡ ਤੇ ਲਿਖਦੇ ਸੀ ਤਾਂ ਖਲੇਪੜ ਉਤਰਦੇ ਸੀਗੇ, ਗਿਰਦੇ ਸੀਗੇ ਬੱਚਿਆਂ ਦੇ, ਕਦੇ ਇਹ ਆ ਹਾਲ ਸੀਗਾ। ਜਦੋਂ ਟੀਚਰ ਇੱਥੋਂ ਬਦਲ ਕੇ ਗਏ, ਉਹ ਦੱਸਦੇ ਸੀ ਜਦੋਂ ਇੱਥੇ ਕਹਿੰਦੇ ਕਲਾਸਰੂਮ ਦੇ ਵਿੱਚ ਹੁੰਦੇ ਸੀ, ਇਮਾਰਤ ਗਿਰਨ ਲੱਗ ਗਈ। ਹਾਂਜੀ ਵੀ ਖਲੇਪੜ ਗਿਰਦੇ ਸੀ। ਉਹ ਬਲੈਕ ਬੋਰਡ ਤੇ ਆਪਣਾ ਪੀਰੀਅਡ ਲਾਉਂਦੇ ਸੀ ਤਾਂ ਛੱਤ ਦੇ ਉੱਤੇ ਸਿਰ ਤੋਂ ਉੱਤੋਂ ਖਲੇਪੜ ਗਿਰਨੇ ਸ਼ੁਰੂ ਹੋ ਗਏ ਸੀ ਉਹਨਾਂ ਦੇ ਉਦੋਂ ਦੇ। ਮਤਲਬ ਜਿਹੜੇ ਉਹਨਾਂ ਦੇ ਕਲੀਗ ਅਫਸੋਸ ਕਰਨ ਆਏ ਸੀ। ਉਹਨਾਂ ਨੇ ਤਾਂ ਹੋਰ ਵੀ ਟੀਚਰ ਨੇ ਜਦ ਕਿ ਤੁਹਾਨੂੰ ਦੱਸਿਆ, ਸਕੂਲ ਦੇ ਪ੍ਰਿੰਸੀਪਲ ਨੂੰ ਦੱਸਿਆ, ਉਹ ਜਾਣੂ ਕਰਵਾਇਆ ਹੋਣਾ ਵੀ ਇਮਾਰਤ ਦੇ ਇਹ ਹਾਲਾਤ ਨੇ, ਉੱਥੇ ਸੰਭਲ ਜਾਣਾ ਚਾਹੀਦਾ ਸੀ। ਫਿਰ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੇ ਬਿਆਨ ਕੀ ਦਿੱਤਾ ਜੀ, ਇਹ ਜਿਹੜੀਆਂ ਟੀਚਰਾਂ ਨੇ ਇਹ ਕੋਈ ਸਮਾਨ ਲੈਣ ਗਈਆਂ ਸੀ, ਵੀ ਸਮਾਨ ਲੈਣ ਚਾਰੋਂ ਇਕੱਠੀਆਂ ਚਲੇ ਗਈਆਂ, ਜਦ ਕਿ ਉਹ ਉੱਥੇ ਬਹਿ ਕੇ ਖਾਣਾ ਖਾ ਰਹੀਆਂ ਸੀ। ਤੇ
ਇਹ ਕਹਿ ਰਹੇ ਨੇ ਸਕੂਲ ਜਿਹੜੇ ਪ੍ਰਸ਼ਾਸਨ ਸਕੂਲ ਵਾਲੇ ਕਹਿ ਰਹੇ ਨੇ ਕਿ ਜੀ ਉਹ ਤਾਂ ਇੱਕ ਇੱਕ ਕਰਕੇ ਆਪਣਾ ਸਮਾਨ ਲੈਣ ਗਏ ਸੀ ਜਦ ਕਿ ਉਹ ਖਾਣਾ ਖਾ ਰਹੇ ਸੀ। ਉਹ ਹਰ ਇੱਕ ਬੰਦੇ ਦਾ ਗੱਲ ਇਹ ਹੈ ਕਿ ਜਦੋਂ ਜਹਾਜ਼ ਡੁੱਬ ਜਾਂਦਾ ਨਾ ਉਦੋਂ ਸਭ ਨੂੰ ਸਮਝ ਆ ਜਾਂਦੀ ਹੈ ਵੀ ਇਹਨੂੰ ਕਿਵੇਂ ਬਚਾਇਆ ਜਾ ਸਕਦਾ ਸੀਗਾ। ਬਸ ਹੁਣ ਗੱਲਾਂ ਹੀ ਰਹਿ ਗਈਆਂ ਨੇ। ਉਹ ਸਕੂਲ ਹੀ ਕਾਲ ਬਣ ਗਿਆ ਨਾ। ਬਿਲਕੁਲ ਸਾਡੇ ਲਈ ਤਾਂ ਬਣ ਗਿਆ ਮੇਰੀ ਬੱਚੀ ਲਈ, ਉਹ ਕਾਲ ਖਾ ਗਿਆ ਉਹਨੂੰ ਬੱਚੀ ਨੂੰ ਬਣ ਕੇ। ਸਾਡਾ ਤਾਂ ਕੰਮ ਖਤਮ ਕਰਤਾ ਉਹਨਾਂ ਨੇ ਸਾਰਾ, ਬਿਲਕੁਲ ਪੂਰੀ ਤਰ੍ਹਾਂ। ਮੈਂ ਵੀ ਇਸ ਡਿਪਾਰਟਮੈਂਟ ਜੌਬ ਕੀਤੀ ਆ, ਅਨਸੇ ਬਿਲਡਿੰਗ ਦਾ ਵੇਰਵਾ ਦਿੰਦੀ ਰਹੀ ਆ ਵੀ ਅਨਸੇ ਬਿਲਡਿੰਗ ਦੇ। ਹੁਣ ਮੈਂ ਤਾਂ 2002 ਚ ਰਿਟਾਇਰ ਹੋ ਗਈ, 20 ਇਅਰਸ ਹੋ ਗਏ ਮੇਰੀ ਰਿਟਾਇਰਮੈਂਟ ਨੂੰ। ਬੰਦਾ ਸੋਚਦਾ ਵੀ ਸਕੂਲ, ਹਾਂ ਵੀ 60 ਦੀ ਬਿਲਡਿੰਗ ਨੂੰ ਤੁਸੀਂ ਹੁਣ ਵੀ ਚਲਾ ਰਹੇ ਹੋ। 160 ਦੀ ਬਿਲਡਿੰਗ ਆ ਜਿਹੜੀ ਅਨਸੇਫ ਆ। ਜਦੋਂ ਇੱਥੋਂ ਦੇ ਆਪ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰੀਦੀ ਆ, ਉਹ ਕਹਿੰਦੇ 2 ਸਾਲ ਹੋਏ ਨੇ ਭਾਈ, ਹਜੇ ਕੰਮ ਚੱਲ ਰਿਹਾ। ਕਿਤੇ ਨਾ ਕਿਤੇ ਜੇ ਹਾਂ ਗੱਲ ਕਰ ਲਈਏ, ਸਾਰਾ ਇਹ ਘਟਨਾ ਦਾ ਜ਼ਿੰਮੇਵਾਰ ਸਰਕਾਰਾਂ ਨੇ, ਚਾਹੇ ਆਪਾਂ ਪਹਿਲਾਂ ਵਾਲੀਆਂ ਲਾ ਲਈ ਚਾਹੇ ਹੁਣ ਵਾਲੀਆਂ। ਬਿਲਕੁਲ ਇਹ ਆਪਾਂ ਅੱਜ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਾਂ। ਗੱਲ ਇਹ ਹੈ ਕਿ ਸਰਕਾਰਾਂ ਪਹਿਲਾਂ ਤੋਂ ਇਹ ਜਿਹੜੀ ਨੀਂਹ ਰੱਖੀ ਗਈ ਹੈ ਨਾ ਕਾਲ ਦੀ, ਸਾਡੇ ਉਹ ਪੁਰਾਣੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ। ਸਰਕਾਰਾਂ ਨੇ ਜੇ ਪਹਿਲਾਂ ਹੀ ਸਰਕਾਰਾਂ ਨੇ ਬਣਾਇਆ ਹੁੰਦਾ ਤਾਂ ਆ ਤਾਂ ਹੁਣ ਇਹ ਤਾਂ ਗੱਲ ਵੀ ਸਹੀ ਹੈ। ਇਹ ਸਰਕਾਰ ਨੂੰ ਤਾਂ ਹਜੇ ਹੋਈ 2 ਸਾਲ ਨੇ। ਇਹ ਤਾਂ ਸਰਕਾਰ ਨੂੰ ਸਿਰਫ 2 ਸਾਲ ਹੋਏ ਆ। ਇਹ ਤਾਂ ਉਦੋਂ ਪਹਿਲਾਂ ਵਾਲੀਆਂ ਦਾ ਕੰਮ ਆ ਵੀ ਹੈ ਨਹੀਂ ਸੀ ਨਾ 1960 ਦੀ ਬਿਲਡਿੰਗ 'ਚ ਜਾਨ ਕਿੱਥੋਂ ਹੋਏਗੀ। ਪਰ ਜਿਵੇਂ ਕੰਮ ਚੱਲਦਾ ਸੀ, ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਵੀ ਬਣਦੀ ਸੀ। ਮੌਜੂਦਾ ਸਰਕਾਰ ਨੇ ਜਿੰਨੀ ਵੀ ਗ੍ਰਾਂਟ, ਉਹ ਸਾਨੂੰ ਆ ਕੇ ਟੀਚਰਸ ਦੱਸ ਕੇ ਗਏ ਨੇ, ਅਫਸੋਸ ਕਰਨ ਆਏ ਨੇ। ਉਹ ਕਹਿੰਦੇ ਕਿ ਗ੍ਰਾਂਟ 2 ਕਰੋੜ ਰੁਪਏ ਦੀ ਜਾਂ ਪਤਾ ਨਹੀਂ ਕਿੰਨੇ ਦੀ 1.5 ਕਰੋੜ ਰੁਪਏ ਦੀ ਗ੍ਰਾਂਟ ਰਿਲੀਜ਼ ਹੋਈ ਹੈ, ਪਰ ਉਹਨੂੰ ਇਸ ਕੰਮ ਲਈ ਰੈਨੋਵੇਸ਼ਨ ਵਾਸਤੇ ਵੀ ਯੂਜ਼ ਕੀਤਾ, ਬਟ ਪ੍ਰਾਇਮਰੀ ਵਿੰਗ ਬਣਾ ਦਿੱਤਾ ਗਿਆ। ਐਜੂਕੇਸ਼ਨ ਮਿਨਿਸਟਰ ਨੇ ਇਹ ਬੋਲਿਆ ਕਿ ਜੀ ਸਰਕਾਰ ਦਾ ਕੰਮ ਆ ਫੰਡ ਰਿਲੀਜ਼ ਕਰਨਾ। ਅਸੀਂ ਫੰਡ ਰਿਲੀਜ਼ ਕਰਨ ਵੇਲੇ ਬਿਲਕੁਲ ਨਹੀਂ ਦੇਖਦੇ ਕਿ ਸਕੂਲ ਨੂੰ ਕਿੰਨਾ ਚਾਹੀਦਾ ਸੀ। ਜਿੰਨਾ ਉਹ ਸਾਨੂੰ ਲਿਖ ਕੇ ਭੇਜਦੇ ਨੇ ਅਸੀਂ ਉਹਨਾਂ ਨੂੰ ਰਿਲੀਜ਼ ਕਰ ਦਿੰਦੇ ਆ। ਅਗਲਾ ਕੰਮ ਜਿਹੜਾ ਹੈਗਾ ਉੱਥੋਂ ਦਾ ਜਿਨ੍ਹਾਂ ਨੇ ਉਹਨਾਂ ਨੂੰ ਕੰਮ ਦਿੱਤਾ ਜਾਂ ਠੇਕਾ ਦਿੱਤਾ, ਕਹਿੰਦੇ ਅਸੀਂ ਸਿਰਫ ਫੰਡ ਰਿਲੀਜ਼ ਕਰਦੇ ਆ ਤਾਂ ਅਸੀਂ ਤਕੜੇ ਫੰਡ ਰਿਲੀਜ਼ ਕਰਦੇ ਆ। ਇਹ ਮੇਨਟੇਨ ਕਰ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਵਾ, ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ। ਕਿਤੇ ਨਾ ਕਿਤੇ ਜ਼ਿੰਦਗੀ ਪੜ੍ਹਾਈ ਬਿਨਾਂ ਅਧੂਰੀ ਆ। ਉਮੀਦ ਸੀ ਇੱਥੇ ਪੰਜਾਬ ਸੀਐਮ ਖੁਦ ਆਉਣਗੇ। ਬਿਲਕੁਲ ਉਮੀਦ ਸੀ, ਬਿਲਕੁਲ ਉਮੀਦ ਸੀ ਜੀ। ਦੱਸਦੀ ਆ ਜੀ, ਮੈਂ ਇਹੀ ਗੱਲ ਕਹਿ ਰਹੀ ਆ, ਜੇ ਬਾਰਡਰ ਦੇ ਉੱਤੇ ਸ਼ਹੀਦ ਸਾਡੇ ਦੇਸ਼ ਦੀ ਰੱਖਿਆ ਕਰਦਾ, ਠੀਕ ਆ, ਉਸ ਨੂੰ ਗੋਲੀ ਵੱਜਦੀ ਆ, ਅਸੀਂ ਸਨਮਾਨ ਦੇ ਨਾਲ ਉਸ ਦਾ ਸਤਿਕਾਰ ਕਰਦੇ ਆ। ਸੀਐਮ ਸਾਹਿਬ ਪਹੁੰਚਦੇ ਨੇ, ਪਰਿਵਾਰ ਨੂੰ ਹੌਸਲਾ ਦਿੰਦੇ ਨੇ, ਠੀਕ ਹੈ। ਇਹ ਵੀ ਤਾਂ ਬੱਚੀ ਇੱਕ ਦੇਸ਼ ਦਾ ਨਿਰਮਾਣ ਕਰ ਰਹੀ ਸੀ, ਉਸ ਬੱਚਿਆਂ ਨੂੰ ਪੜ੍ਹਾ ਰਹੇ ਸੀ ਜਿਨ੍ਹਾਂ ਨੇ ਸੈਨਿਕ ਬਣਨਾ, ਜਿਨ੍ਹਾਂ ਨੇ ਜਾ ਕੇ ਦੇਸ਼ ਦੀ ਰੱਖਿਆ ਕਰਨੀ ਆ। ਇਸ ਦਾ ਵੀ ਤਾਂ ਵੱਡਾ ਸੀ ਇੰਪੋਰਟੈਂਸ। ਇਸ ਦੀ ਕਿਉਂ ਨਹੀਂ ਸੀਐਮ ਸਾਹਿਬ ਆਏ? ਹਾਂ, ਅਸੀਂ ਕਦਰ ਨਹੀਂ ਪਾਈ ਸਾਡੇ ਬੱਚੇ ਸਾਨੂੰ ਦੀ। ਇਸ ਗੱਲ ਦਾ ਸਾਡਾ ਗਿਲਾ ਜ਼ਰੂਰ ਹੈ। ਜ਼ਰੂਰ ਆ, ਬੱਚਾ ਸਾਰਾ ਭੰਗਦੇ ਬਣਾ ਉਸ ਗਿਆ। ਭੋਗ ਦੇ ਅੰਦਰ 500-700 ਲੋਕ ਸੀਗੇ ਜਿਹੜੇ ਕੀਰਤਨ ਘੱਟ ਸੁਣ ਰਹੇ ਸੀ। ਉਹਨਾਂ ਦਾ ਧਿਆਨ ਬਿਲਕੁਲ ਦਰਵਾਜ਼ੇ ਵੱਲ ਸੀ ਕਿ ਸਰਕਾਰ ਦਾ ਕੌਣ ਨੁਮਾਇੰਦਾ ਆਂਦਾ। ਇਹਨਾਂ ਬੱਚਿਆਂ ਦੇ ਪ੍ਰਤੀ, ਇਹਨਾਂ ਟੀਚਰਸ ਦੇ ਪ੍ਰਤੀ 4 ਹਮਦਰਦੀ ਦੇ ਸ਼ਬਦ ਬੋਲਣ ਲਈ ਕੌਣ ਆ ਰਿਹਾ। ਸੀਰੀਅਸਲੀ ਕਿਸੇ ਦਾ ਧਿਆਨ ਕੀਰਤਨ 'ਚ ਨਹੀਂ ਸੀਗਾ। ਪਰ ਜਦੋਂ ਬਿਲਕੁਲ ਇਹ ਦੇਖ ਲਿਆ ਕਿ 3 ਵਜਣ ਵਾਲੇ ਨੇ, ਕੋਈ ਨਹੀਂ ਆਇਆ, ਤਾਂ ਸ਼ਰਧਾਂਜਲੀਆਂ ਦੇ ਕੇ ਉਦਾਸ ਮਨਾਂ ਦੇ ਨਾਲ, ਸਰਕਾਰ ਪ੍ਰਤੀ ਨਿਰਾਸ਼ਾ ਲੈ ਕੇ ਮਨਾਂ ਦੇ ਵਿੱਚ, ਗੁੱਸਾ ਲੈ ਕੇ ਮਨਾਂ ਦੇ ਵਿੱਚ ਮੱਥਾ ਟੇਕ ਕੇ ਸਭ ਚਲੇ ਗਏ। ਮਤਲਬ ਸਰਕਾਰ ਦੇ ਸੀਰੀਅਸਲੀ ਇਟਸ ਵੈਰੀ ਬੈਡ। ਸ਼ਾਂਤੀ ਬਚਾਈ ਸਾਡੀਆਂ ਯੂਨੀਅਨਸ ਨੇ, ਸਾਡੀਆਂ ਜਥੇਬੰਦੀਆਂ ਨੇ, ਜਿਨ੍ਹਾਂ ਨੇ ਸਾਡੀ ਬਾਹ ਫੜੀ, ਸ਼ਾਂਤੀ ਬਚਾਈ, ਸਾਨੂੰ ਦੱਸਿਆ ਵੀ ਸਾਡੇ ਜ਼ਖਮਾਂ ਦੇ ਉੱਤੇ ਸਰਕਾਰ ਨਹੀਂ ਸਾਡੇ ਨਾਲ ਖੜੀ। ਟੀਚਰਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ? ਹਾਂਜੀ ਹੋਈ, ਬਿਲਕੁਲ। ਉਹ ਵੀ ਸਦਮੇ 'ਚ ਨੇ ਜੀ, ਉਹ ਵੀ ਸਦਮੇ 'ਚ ਨੇ। ਔਰ ਉਹਨਾਂ ਦੀ ਇਹੀ ਹੈ ਕਿ ਵੀ ਬਿਲਡਿੰਗ ਵਾਕਈ ਹੀ ਪਹਿਲਾਂ ਤੋਂ ਹੀ ਖਰਾਬ ਸੀ। ਇਹ ਭਾਣਾ ਤਾਂ ਵਰਤਣਾ ਹੀ ਸੀਗਾ। ਬਸ ਇਹ ਸਾਡੀ ਮਾੜੀ ਕਿਸਮਤ ਹੈ ਕਿ ਇਹ ਸਾਡੇ ਘਰ ਤੇ ਹੋਣਾ ਸੀ। ਬਸ ਠੀਕ ਹੈ। ਪਰਿਵਾਰ ਦੀ ਮੰਗ ਹੈ ਹੁਣ ਸਰਕਾਰ ਤੋਂ? ਪਰਿਵਾਰ ਦੀ ਮੰਗ ਹੈ ਜੀ, ਬਿਲਕੁਲ। ਬੱਚਾ ਛੋਟਾ ਹੈ, ਉਹ ਸਾਡੇ ਮਾਂ ਦੇ ਸੁਪਨੇ ਸੀਗੇ, ਪਰਿਵਾਰ ਦੇ ਸੁਪਨੇ ਸੀਗੇ ਕਿ ਉਹਨੂੰ ਚੰਗੀ ਪੜ੍ਹਾਉਣਾ ਹੈਗਾ। ਉਹਦੇ ਵਾਸਤੇ ਇਕੱਠਾ ਕਰ ਰਹੇ ਸੀ ਉਹ ਆਪਣਾ ਕਾਰਪਸ। ਇੱਕ ਤਨਖਾਹ ਉਹ ਜੋੜਦੇ ਸੀ, ਇੱਕ ਆਪਣਾ ਘਰ ਦਾ ਖਰਚਾ ਕਰਦੇ ਸੀ। ਹੁਣ ਉਹ ਤਾਂ ਖਤਮ ਹੋ ਗਿਆ, ਸਾਰਾ ਸਿਸਟਮ ਅਪਸੈਟ ਹੋ ਗਿਆ। ਅਸੀਂ ਸਰਕਾਰ ਤੋਂ ਇਹੀ ਮੰਗ ਕਰ ਰਹੇ ਹਾਂ ਕਿ ਜੋ ਰਵਿੰਦਰ ਦਾ ਸੁਪਨਾ ਸੀ, ਜੋ ਮੇਰੀ ਭਾਬੀ ਦਾ ਸੁਪਨਾ ਸੀ, ਉਹਨੂੰ ਪੂਰਾ ਕਰਨ ਲਈ ਸਰਕਾਰ ਸਾਡੇ ਨਾਲ ਖੜੇ। ਪਰ ਸਾਨੂੰ ਲਿਪ ਸਿੰਪਥੀ ਨਹੀਂ ਚਾਹੀਦੀ, ਸਾਨੂੰ ਕੰਕਰੀਟ ਚਾਹੀਦਾ। ਸਾਨੂੰ ਕਰਕੇ ਦਿਖਾਣ, ਸਾਨੂੰ ਗੱਲਾਂ ਨਾਲ ਕੁਝ ਨਹੀਂ ਹੈ। ਅੱਜ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ, ਫਾਰਮੈਲਿਟੀਆਂ ਨਹੀਂ ਚਾਹੀਦੀਆਂ। ਸਾਨੂੰ ਕੁਝ ਕਹਿਣੀ ਤੇ ਕਥਨੀ 'ਚ ਫਰਕ ਨਾ ਹੋਵੇ। ਹਾਂ, ਦੇਖੋ, ਜਿੱਥੇ ਅਸੀਂ ਬੱਚੇ ਨੂੰ ਜਾਣ ਦਾ ਸੁਪਨਾ ਸਾਡਾ, ਉੱਥੇ 50 ਲੱਖ ਫੀਸ ਆ 1 ਸਾਲ ਦੀ। ਉਹ ਹਾਂ, ਨਹੀਂ, ਮੇਰੀ ਗੱਲ ਸੁਣੋ, 14 ਸਾਲ ਦੀ ਬੱਚੀ ਦੀ ਸਰਵਿਸ ਸੀ, 1 ਕਰੋੜ 9 ਲੱਖ ਤਾਂ ਸਰਕਾਰ ਨੇ ਦੇਣਾ ਸੀ ਨਾ, ਜਿਉਂਦੀ ਰਹਿੰਦੀ ਉਹ।
ਉਹਨੇ ਜੋੜਨਾ ਸੀ ਉਹ। ਅਸੀਂ ਤਾਂ ਜੀ 2 ਕਰੋੜ ਤੋਂ ਘੱਟ ਅਸੀਂ ਇਹ ਬੱਚੇ ਲਈ ਚਾਹੁੰਦੇ ਆ ਵੀ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ। ਠੀਕ ਹੈ ਬਈ ਜੀ, ਸਰਕਾਰ ਨੇ ਜੇ ਗੱਲ ਕਰ ਲਈਏ, ਸਰਕਾਰ ਦੇ ਨੁਮਾਇੰਦੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ, ਸਾਡੀ ਅਣਗਹਿਲੀ ਆ, ਨਹੀਂ ਮੰਨੇਗਾ। ਸਰ ਗੋਗੀ ਜੀ ਅੱਜ ਆਏ ਸੀ, ਉਹ ਕਹਿੰਦੇ ਜੀ ਮੈਂ ਸਪਾਈਨ ਦਾ ਆਪਰੇਟ ਕਰਾਇਆ ਆਪਣਾ। ਲੁਧਿਆਣੇ ਦੇ 4 ਜਾਂ 5 ਮੇਰੇ ਹਿਸਾਬ ਨਾਲ ਹਲਕੇ ਨੇ, 4-5 MLA ਹੈਗੇ ਆ ਲੁਧਿਆਣੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਵੀ ਇਹੀ ਦਿੱਕਤ ਸੀ, ਉਹ ਆ ਜਾਂਦੇ। ਅੱਜ ਗੋਗੀ ਜੀ ਜੋ 10 ਦਿਨ ਬਾਅਦ ਆਏ ਨੇ, ਚਲੋ ਉਹਨਾਂ ਨੂੰ ਕੋਈ ਸਿਹਤ ਦੀ ਪ੍ਰੋਬਲਮ ਸੀਗੀ, ਉਹ ਨਹੀਂ ਆ ਪਾਏ, ਤੇ ਬਾਕੀਆਂ ਨੂੰ ਇੱਕੋ ਦਮ ਸਭ ਨੂੰ ਪ੍ਰੋਬਲਮ ਹੋ ਗਈ। ਕਿਸੇ ਨੇ ਗੋਲਿਆ ਹੀ ਨਹੀਂ ਹੈ। ਮਤਲਬ ਇਹ ਆ ਵੀ ਕਿਸੇ ਨੂੰ ਇਹ ਲੱਗਿਆ ਹੀ ਨਹੀਂ, ਸਭ ਨੂੰ ਇਹ ਲੱਗਿਆ ਵੀ ਹਾਂ ਯਾਰ ਸਕੂਲ ਸੀਗਾ, ਛੱਤ ਗਿਰ ਗਈ, ਲੇਡੀ ਦੀ ਮੌਤ ਹੋ ਗਈ, ਟੀਚਰ ਦੀ, ਕੋਈ ਗੱਲ ਨਹੀਂ, ਹਾਦਸੇ ਇਹ ਤਾਂ ਹੁੰਦੇ ਹੀ ਰਹਿੰਦੇ ਨੇ। ਇਹ ਜੇ ਹੁਣ ਇਹਨਾਂ ਦੇ ਵਿਧਾਨ ਸਭਾ ਦੀ ਬਿਲਡਿੰਗ ਡਿੱਗ ਜੇ ਫਿਰ ਵੀ ਇਹਨਾਂ ਨੂੰ ਐਂ ਹੀ ਲੱਗੂਗਾ। ਅੱਛਾ, ਮੰਤਰੀ ਜੀ ਨੇ ਇਹ ਵੀ ਕਿਹਾ, ਕਹਿੰਦੇ ਜੀ ਸੀਐਮ ਸਾਹਿਬ ਬਹੁਤ ਅਪਸੈਟ ਨੇ। ਅਸੀਂ ਅਪਸੈਸ਼ਨ ਤੋਂ ਕੀ ਲੈਣਾ ਉਹਨਾਂ ਦੀ, ਜਦੋਂ ਪਰਿਵਾਰ ਕੋਲੇ ਇੱਕ ਟਵੀਟ ਤੱਕ ਨਹੀਂ ਉਹਨਾਂ ਦਾ ਆਇਆ। ਆਉਣਾ ਜ਼ਰੂਰੀ ਨਹੀਂ ਸਮਝਿਆ, ਬਾਅਦ ਚੋਂ ਪੋਸਟ ਪਾ ਦਾਂਗੇ ਰਿਪ। ਬੰਦਾ ਇੱਕ ਲਾਈਵ ਹੀ ਪਾ ਦਿੰਦਾ ਜੀ, ਇੱਕ ਲਾਈਵ ਹੀ ਪਰਿਵਾਰ ਨੂੰ ਸਿੰਪਥੀ ਲਈ ਇੱਕ ਲਾਈਵ ਹੀ ਪਾ ਦਿੰਦਾ, ਪਰਿਵਾਰ ਉਹਦੇ 'ਚ ਹੀ ਪਰਿਵਾਰ ਨੂੰ ਲੱਗਦਾ ਵੀ ਚਲੋ ਸਾਡੀ ਸੁਣੀ ਮਾਨ ਸੀ, ਕਿਉਂਕਿ ਅਸੀਂ ਧੂਰੀ ਸਾਡੇ ਪੇਰੈਂਟਸ ਨੇ, ਉਧਰ ਸੰਗਰੂਰ ਦੇ, ਅਸੀਂ ਤਾਂ ਉਹੀ ਭੱਜ ਕੇ ਇੰਨਾ ਕਰ ਰਹੇ ਸੀ ਜੀ, ਜਾਂ ਰੱਖੜੀਆਂ 'ਚ ਬਿਜ਼ੀ ਨੇ ਜਾਂ ਖੇਡਾਂ 'ਚ, ਤਾਂ ਮੌਤ ਤਾਂ ਲੱਗਦੀ ਨਹੀਂ ਉਹਨਾਂ ਨੂੰ ਕੋਈ। ਨਾਲੇ ਉਹਨਾਂ ਦੇ ਤਾਂ ਇਹ ਆ ਵੀ ਇਹ ਹਾਦਸੇ ਆ, ਇਹ ਤਾਂ ਹੁੰਦੇ ਹੀ ਰਹਿੰਦੇ ਨੇ, ਇੰਨੀ ਜਨਸੰਖਿਆ ਐਕਚੁਅਲ ਹੋ ਗਏ ਨਾ, ਇਹੋ ਜਿਹੇ ਹਾਦਸੇ ਹੋ ਹੀ ਜਾਂਦੇ ਨੇ, ਇਹ ਕੋਈ ਖਾਸ ਗੱਲ ਨਹੀਂ ਹੈ। ਸਾਡੇ ਲਈ ਇਹ ਹਾਦਸਾ ਇੱਕ ਉਹ ਪਹਾੜ ਟੁੱਟ ਕੇ ਸਾਡੇ ਉੱਤੇ ਆ ਗਿਆ, ਬਸ। ਠੀਕ ਹੈ, ਜਦੋਂ ਤੁਸੀਂ ਹਸਪੀਟਲ ਲੈ ਕੇ ਗਏ, ਤੁਸੀਂ ਨਾਲ ਸੀਗੇ, ਮੌਜੂਦ ਸੀ, ਕੀ ਹਾਲਾਤ ਸੀ ਉਹਨਾਂ ਦੇ ਬਣੇ? ਮੇਰਾ ਬ੍ਰਦਰ ਨਾਲ ਸੀਗਾ, ਮੈਂ ਵੱਡੀ ਭੈਣ ਆ, ਮੈਨੂੰ ਤਾਂ ਬਾਅਦ ਚੋਂ ਹੀ ਪਹੁੰਚੀ ਆ, ਬਟ ਜੋ ਮੈਨੂੰ ਮੇਰੇ ਬ੍ਰਦਰ ਨੇ ਦੱਸਿਆ, ਉਹ ਕਹਿੰਦਾ ਕਿ ਵੀ ਮੇਰੇ ਹੱਥ ਖੂਨ ਨਾਲ ਭਰੇ ਹੋਏ ਸੀ, ਮੈਂ ਦੇਖ ਰਿਹਾ ਸੀ ਸਾਹਮਣੇ ਮੋਨੀਟਰ ਦੇ ਉੱਤੇ ਫਲੈਟ ਲਾਈਨ, ਪਰ ਮੈਂ ਫਿਰ ਵੀ ਕੋਸ਼ਿਸ਼ ਕਰਦਾ ਰਿਹਾ ਪੰਪ ਕਰਨ ਦੀ। ਕਹਿੰਦਾ ਔਰ ਜਦੋਂ ਮੈਂ ਰੀਸੈਸੀਟੇਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਹਿੰਦਾ ਉਹਨੇ ਜਿਹੜੀ ਲਾਸਟ ਬੁਰਕੀ ਖਾਧੀ ਸੀ ਉਹ ਵੀ ਬਾਹਰ ਆਈ ਹੈ। ਮਤਲਬ ਪਾਣੀ ਵੀ ਨਹੀਂ ਮਿਲਿਆ ਉਹਨੂੰ, ਉਹ ਪਾਣੀ ਦੀ ਬੋਤਲ ਚੱਕਣ ਗਈ ਸੀ। ਇਹ ਹਾਲਾਤ ਹੋਏ ਨੇ, ਇੰਨੀ ਮਾੜੀ ਮੌਤ ਰੱਬ ਨੇ ਦਿੱਤੀ ਹੈ। ਵੀ ਜੀ ਤੁਹਾਡੇ ਜੀਵਨ ਸਾਥੀ ਸੀਗੇ, ਤੁਹਾਡੇ ਨਾਲ ਜ਼ਿੰਦਗੀ ਬਤੀਤ ਕੀਤੀ ਉਹਨਾਂ ਨੇ, ਲਾਸਟ ਟਾਈਮ ਜਦੋਂ ਤੁਸੀਂ ਕਿੱਥੇ ਸੀਗੇ, ਤੁਹਾਨੂੰ ਜਦੋਂ ਪਤਾ ਲੱਗਿਆ, ਕਿਹੜੇ ਹਸਪੀਟਲ ਲੈ ਕੇ ਗਏ, ਕੀ ਹਾਲਾਤ ਬਣੇ ਹੋਏ ਸੀ ਉਹਨਾਂ ਦੇ? ਹਾਂਜੀ, ਮੈਨੂੰ ਕੋਈ ਪੌਣੇ 1 ਵਜੇ ਜਾਂ 1 ਵਜੇ ਫੋਨ ਆ ਗਿਆ ਮੇਰੇ ਮਦਰ ਦਾ, ਕਹਿੰਦੇ ਵੀ ਸਕੂਲ ਦੇ ਅੰਦਰ ਛੱਤ ਡਿੱਗੀ ਆ। ਪਹਿਲਾਂ ਤਾਂ ਮੈਂ ਇਹ ਸੋਚਿਆ ਵੀ ਸ਼ਟਰਿੰਗ ਡਿੱਗੀ ਆ ਉੱਤੋਂ, ਕਿਉਂਕਿ ਨਾਰਮਲੀ ਸ਼ਟਰਿੰਗ ਹਿਲ ਸਕਦੀ ਹੈ। ਫਿਰ ਦੂਸਰੀ ਵਾਰੀ ਫੋਨ ਕੀਤਾ ਤਾਂ ਕਹਿੰਦੇ ਲੈਂਟਰ ਡਿੱਗ ਗਿਆ। ਫਿਰ ਮੈਂ NDRF ਨਾਲ ਕੰਟੈਕਟ ਕੀਤਾ, ਤਾਂ NDRF ਆਲਰੇਡੀ ਉੱਥੇ ਪਹੁੰਚਿਆ ਹੋਇਆ ਸੀ ਤੇ DC ਵੀ ਉੱਥੇ ਸੀਗੇ। ਤਾਂ ਮੈਂ ਅੱਗੇ ਜਾ ਕੇ ਫਿਰ NDRF ਨਾਲ ਅਸੀਂ ਐਂਬੂਲੈਂਸ ਦੇ ਅੰਦਰ ਉੱਥੇ ਜਾ ਕੇ ਉਹਨਾਂ ਨੂੰ ਕੋਸ਼ਿਸ਼ ਕੀਤੀ ਵੀ ਉਹ ਸਰਵਾਈਵ ਕਰ ਜਾਣ, ਪਰ ਉਹ ਨਹੀਂ ਸਰਵਾਈਵ ਕਰ ਸਕੇ ਉੱਥੇ ਜਾ ਕੇ। ਹਾਲਾਤ ਕੀ ਸੀ? ਸੱਟ ਮਲਟੀਪਲ ਇੰਜਰੀਜ਼ ਸੀਗੀਆਂ, ਚੈਸਟ, ਹੈਡ। ਕਿਉਂਕਿ ਮੈਂ ਡਾਕਟਰ ਹਾਂ, ਮੇਰੇ ਪੋਸਟਮਾਰਟਮ ਦੇ ਟਾਈਮ ਤੇ ਮੈਂ ਉੱਥੇ ਸੀ। ਪੂਰੀ ਹੈਡ, ਮੈਸਿਵ ਹੈਡ ਇੰਜਰੀ ਸੀਗੀ, ਹੈਡ ਸਮੈਸ਼ ਸੀਗਾ ਲੈਫਟ ਸਾਈਡ ਤੋਂ, ਔਰ ਲੰਗਸ ਪੰਕਚਰਡ ਸੀਗੇ, ਰਿਬ ਕੇਜ ਟੁੱਟਿਆ ਹੋਇਆ ਸੀਗਾ, ਪੂਰੀ ਬਾਡੀ ਮਤਲਬ ਨਹੀਂ ਦੇਖ ਸਕਦੇ ਤੁਸੀਂ। ਇੰਨੀ ਭਿਆਨਕ ਮੌਤ, ਪਰਮਾਤਮਾ ਬਸ। ਰੋਟੀ ਦੀ ਲਾਸਟ ਬੁਰਕੀ ਵੀ ਰਹਿ ਗਈ ਸੀ। ਰੋਟੀ ਦੀ ਲਾਸਟ ਬੁਰਕੀ ਵੀ ਜਦੋਂ ਇਹਨੇ ਰੀਸੈਸੀਟੇਟ ਕੀਤਾ, ਉਹ ਵੀ ਮੂੰਹ 'ਚ ਸੀਗੀ। ਮਤਲਬ ਮੈਂ ਕੁਝ ਨਹੀਂ ਕਹਿ ਸਕਦੀ ਇਸ ਤੋਂ। ਇਹ ਸਨ ਸਾਡੇ ਨਾਲ ਉਹ ਪਰਿਵਾਰਕ ਮੈਂਬਰ ਅਧਿਆਪਕਾ ਰਵਿੰਦਰਪਾਲ ਕੌਰ, ਜੋ ਕਿ ਹਾਲ ਹੀ ਦੇ ਵਿੱਚ ਥੋੜਾ ਟਾਈਮ ਪਹਿਲਾਂ ਬਦਲੀ ਕਰਵਾ ਕੇ ਬੱਦੋਵਾਲ ਸਕੂਲ ਦੇ ਵਿੱਚ ਆਏ ਸੀ। ਸਕੂਲ ਦਾ ਕੰਮ ਚੱਲ ਰਿਹਾ ਸੀ, ਜਦੋਂ ਰੋਟੀ ਖਾਣ ਜਾਂਦੇ ਨੇ, ਖਾਣਾ ਖਾਣ ਜਾਂਦੇ ਨੇ, ਸਟਾਫ ਰੂਮ ਦੇ ਵਿੱਚ ਉਹ ਛੱਤ ਗਿਰ ਜਾਂਦੀ ਹੈ, ਜਿਸ ਦੇ ਥੱਲੇ 4 ਅਧਿਆਪਕ ਆ ਜਾਂਦੇ ਨੇ। ਮੈਡਮ ਰਵਿੰਦਰਪਾਲ ਕੌਰ ਦੀ ਮੌਤ ਹੋ ਜਾਂਦੀ ਹੈ। ਪਰਿਵਾਰਕ ਮੈਂਬਰਾਂ ਦਾ ਨਿਰਾਸ਼ ਚੱਲ ਰਹੇ ਨੇ, ਰੋਸ ਆ ਸਰਕਾਰ ਪ੍ਰਤੀ ਕਿ ਸਰਕਾਰ ਦਾ ਨੁਮਾਇੰਦਾ ਕੋਈ ਸਾਡੇ ਤੱਕ ਨਹੀਂ ਪਹੁੰਚਿਆ, ਜੋ ਸਾਨੂੰ ਮਦਦ ਨਹੀਂ ਕੀਤੀ ਗਈ। ਭਾਵੇਂ 9 ਦਿਨ ਬੀਤ ਗਏ। ਅਜਿਹੀਆਂ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ। ਕੈਮਰਾਮੈਨ ਅਮਰਤਪਾਲ ਦੇ ਨਾਲ ਵਿੱਕੀ ਜਰਖੜ ਦੀ ਖਾਸ ਰਿਪੋਰਟ।